ਪਿਆਰੇ ਬੱਚਿਓ, ਮੈਂ ਗੁਰਸ਼ਨ ਸਿੰਘ ਬਰਾੜ ਅੱਜ ਤੁਹਾਨੂੰ ਕਰਵਾਉਣ ਜਾ ਰਿਹਾ ਹਾਂ 10ਵੀਂ ਕਲਾਸ ਦਾ ਵੋਕੈਬਲਰੀ ਪਾਰਟ। ਇਸ ਦੇ ਵਿੱਚ ਜੋ ਪੇਅਰਸ ਆਫ ਵਰਡ ਜਨਰਲੀ ਕਨਫਿਊਜ਼ਡ ਇਹ ਪਾਰਟ ਹੈ, ਇਹ ਆਪਾਂ ਕਰਾਂਗੇ ਇਸ ਵੀਡੀਓ ਲੈਕਚਰ ਦੇ ਵਿੱਚ। ਇਹ ਹੈ ਬੇਟਾ ਸ਼ਬਦਾਂ ਦੇ ਸਮੂਹ ਜੋ ਕਿ ਕਈ ਵਾਰ ਸਾਨੂੰ ਕੀ ਹੈ ਉਲਝਣ ਵਿੱਚ ਪਾ ਦਿੰਦੇ ਹਨ, ਕਿਉਂਕਿ ਦੇਖਣ ਵਿੱਚ ਉਹ ਇੱਕੋ ਜਿਹੇ ਲੱਗਦੇ ਹਨ। ਜਦ ਅਸੀਂ ਉਹਨਾਂ ਨੂੰ ਬੋਲਦੇ ਹਾਂ ਇੱਕੋ ਜਿਹੇ ਲੱਗਦੇ ਹਨ, ਪਰ ਉਹਨਾਂ ਦਾ ਮੀਨਿੰਗ ਬਿਲਕੁਲ ਅਲੱਗ ਹੁੰਦਾ ਹੈ। ਜਿਸ ਤਰ੍ਹਾਂ ਇਹ ਲੈਣਾ ਪੜ੍ਹੋ। ਅੰਗਰੇਜ਼ੀ ਭਾਸ਼ਾ ਦੇ ਕੁਝ ਸ਼ਬਦ ਆਮ ਤੌਰ 'ਤੇ ਵਿਦਿਆਰਥੀਆਂ ਦੇ ਮਨ ਵਿੱਚ ਉਲਝਣ ਪੈਦਾ ਕਰ ਦਿੰਦੇ ਹਨ, ਕਿਉਂਕਿ ਕਈ ਵਾਰ ਉਹ ਬੋਲਣ ਵਿੱਚ ਇੱਕੋ ਜਿਹੇ ਲੱਗਦੇ ਹਨ, ਪਰ ਉਹਨਾਂ ਦੇ ਅਰਥ ਇੱਕ ਦੂਜੇ ਤੋਂ ਬਹੁਤ ਵੱਖਰੇ ਹੁੰਦੇ ਹਨ। ਅਜਿਹੇ ਸ਼ਬਦਾਂ ਅਤੇ ਉਹਨਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਅਜਿਹੇ ਕੁਝ ਉਦਾਹਰਨ ਵਰਤੋਂ ਸਹਿਤ ਹੇਠਾਂ ਦਿੱਤੇ ਜਾ ਰਹੇ ਹਨ। ਇਹ ਦੇਖੋ ਬੇਟਾ ਧਿਆਨ ਨਾਲ, ਜਿਵੇਂ ਕੀ ਲਿਖਿਆ ਹੋਇਆ ਹੈ, ਅਸੈਪਟ ਤੇ ਐਕਸੈਪਟ ਦੇਖਣ ਵਿੱਚ ਇੱਕੋ ਜਿਹੇ ਹਨ, ਆਵਾਜ਼ ਇੱਕੋ ਜਿਹੀ ਆ ਰਹੀ ਹੈ, ਪਰ ਆਪਾਂ ਇਹਨਾਂ ਦਾ ਫਰਕ ਵੇਖਦੇ ਹਾਂ ਕੀ ਹੁੰਦਾ ਹੈ। ਅਸੈਪਟ ਏ ਦੇ ਨਾਲ ਜੋ ਸਟਾਰਟ ਹੋ ਰਿਹਾ ਹੈ, ਅਸੈਪਟ ਸਵੀਕਾਰ ਕਰਨਾ। ਇਸ ਦਾ ਬੇਟੇ ਆਪਾਂ ਸੈਂਟੈਂਸ ਕੀ ਬਣਾ ਰਹੇ ਹਾਂ, ਹੀ accepted my offer, ਉਸਨੇ ਮੇਰਾ ਪ੍ਰਸਤਾਵ ਸਵੀਕਾਰ ਕੀਤਾ। ਆਫਰ ਹੁੰਦਾ ਬੇਟਾ ਪ੍ਰਸਤਾਵ। ਤੁਸੀਂ ਕੋਈ ਵੀ ਸੈਂਟੈਂਸ ਬਣਾ ਸਕਦੇ ਹੋ, ਬਸ ਤੁਹਾਨੂੰ ਸਿਰਫ ਇਹ ਜੋ ਵਰਡ ਦਿੱਤਾ ਹੋਇਆ ਹੈ ਇਸ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਹੈ ਕਿ ਜੋ ਏ ਦੇ ਨਾਲ accept ਲਿਖਿਆ ਹੁੰਦਾ ਹੈ ਉਸ ਦਾ ਮਤਲਬ ਕੀ ਹੁੰਦਾ ਹੈ, ਸਵੀਕਾਰ ਕਰਨਾ। ਤੇ ਉਸ ਤੋਂ ਅੱਗੇ ਸੈਂਟੈਂਸ ਜੋ ਬਣਾਉਣਾ ਹੈ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਸੈਂਟੈਂਸ ਬਣਾ ਸਕਦੇ ਹੋ। ਤੁਹਾਨੂੰ ਇਹਦਾ ਫਰਕ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਤੇ ਐਕਸੈਪਟ ਕੀ ਹੁੰਦਾ ਹੈ, ਤੋਂ ਬਿਨਾ। ਆਲ ਐਕਸੈਪਟ ਮੋਹਨ ਵਰ ਪ੍ਰੈਜ਼ੈਂਟ, ਸਾਰੇ ਹਾਜ਼ਰ ਸਨ ਮੋਹਨ ਤੋਂ ਬਿਨਾ। ਨੈਕਸਟ ਹੈ ਅਲਟਰ। ਅਲਟਰ ਕੀ ਹੁੰਦਾ ਬੇਟਾ, ਬਦਲਣਾ। ਤੇ ਅਲਟਾਰ ਕੀ ਹੁੰਦਾ ਹੈ, ਪੂਜਾ ਸਥਾਨ। ਇਹ ਵੇਖੋ ਦੇਖਣ ਵਿੱਚ ਇੱਕੋ ਜਿਹੇ ਹੈ, ਸਪੈਲਿੰਗਾਂ ਦਾ ਫਰਕ ਹੈ ਤੇ ਮੀਨਿੰਗ ਦਾ ਤਾਂ ਬਹੁਤ ਜ਼ਿਆਦਾ ਹੀ ਫਰਕ ਹੈ। ਅਲਟਰ ਬਦਲਣਾ, ਡੋਂਟ ਅਲਟਰ ਯੂਅਰ ਡਿਸੀਜ਼ਨ ਨਾਓ, ਹੁਣ ਆਪਣਾ ਫੈਸਲਾ ਨਾ ਬਦਲੋ। ਤੇ ਜੋ ਅਲਟਾਰ ਹੁੰਦਾ ਏ ਦੇ ਨਾਲ ਹੁੰਦਾ ਹੈ, ਉਸ ਦਾ ਮਤਲਬ ਹੈ ਪੂਜਾ ਸਥਾਨ। ਹੀ ਬਾਊਡ ਹਿਜ਼ ਹੈਡ ਐਟ ਦਾ ਅਲਟਰ, ਉਸਨੇ ਆਪਣਾ ਸਿਰ ਝੁਕਾਇਆ ਪੂਜਾ ਸਥਾਨ ਉੱਤੇ। ਥਰਡ ਹੈ ਅਡੈਪਟ। ਇਹ ਦੇਖੋ ਤਿੰਨੇ ਹੀ ਇੱਕੋ ਜਿਹੇ ਹਨ, ਅਡੈਪਟ, ਅਡੋਪਟ, ਅਡੈਪਟ। ਥੋੜਾ ਜਿਹਾ ਫਰਕ ਹੈ ਸਪੈਲਿੰਗਾਂ ਦੇ ਵਿੱਚ, ਇਹੀ ਆਪਾਂ ਫਰਕ ਯਾਦ ਰੱਖਣਾ ਹੈ ਕਿ ਏ ਵਾਲਾ ਜੋ ਅਡੈਪਟ ਹੈ, ਢਾਲਣਾ। ਯੂ ਸ਼ੁੱਡ ਅਡੈਪਟ ਯੋਰਸੈਲਫ ਟੂ ਨਿਊ ਸਿਸਟਮ, ਤੁਹਾਨੂੰ ਆਪਣੇ ਆਪ ਨੂੰ ਨਵੇਂ ਸਿਸਟਮ ਦੇ ਅਨੁਸਾਰ ਢਾਲਣਾ ਚਾਹੀਦਾ ਹੈ। ਅਡੋਪਟ ਗੋਦ ਲੈਣਾ। ਰਜਨੀ ਸੇਜ਼ ਸ਼ੀ ਵਿਲ ਅਡੋਪਟ ਦਿਸ ਚਾਈਲਡ, ਰਜਨੀ ਕਹਿੰਦੀ ਹੈ ਉਹ ਇਸ ਬੱਚੇ ਨੂੰ ਗੋਦ ਲਵੇਗੀ। ਅਡੈਪਟ ਈ ਦੇ ਨਾਲ ਜੋ ਅਡੈਪਟ ਹੈ ਉਸ ਦਾ ਮੀਨਿੰਗ ਹੁੰਦਾ ਹੈ ਮਾਹਿਰ ਜਾਂ ਨਿਪੁੰਨ। ਸ਼ੀ ਇਜ਼ ਅਡੈਪਟ ਇਨ ਪੇਂਟਿੰਗ, ਉਹ ਪੇਂਟਿੰਗ ਦੇ ਵਿੱਚ ਮਾਹਰ ਹੈ। ਫੋਰਥ ਹੈ ਅਸੈਸ। ਅਸੈਸ ਅਤੇ ਐਗਜ਼ੈਸ। ਬੇਟਾ ਅਸੈਸ ਹੁੰਦਾ ਹੈ ਜੋ ਪਹੁੰਚ। ਆਈ ਹੈਵ ਨੋ ਅਸੈਸ ਟੂ ਦਾ ਮਿਨਿਸਟਰ, ਮੇਰੀ ਮੰਤਰੀ ਤੱਕ ਪਹੁੰਚ ਨਹੀਂ ਹੈ। ਐਗਜ਼ੈਸ ਕੀ ਹੁੰਦਾ ਹੈ, ਮਾਤਰਾ ਜਿਸ ਤੋਂ ਕੋਈ ਚੀਜ਼ ਵੱਧ ਜਾਵੇ। ਐਗਜ਼ੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਵੀ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਹੈ। ਵੀ ਜਿਵੇਂ ਕਿਸੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਉਹ ਵੀ ਮਾੜਾ ਹੈ, ਕਿਸੇ ਕੋਲ ਧਨ ਜ਼ਿਆਦਾ ਹੈ ਉਹ ਵੀ ਮਾੜਾ ਹੈ। ਤਾਂ ਕੀ ਕਹਿੰਦੇ ਹਨ, ਐਗਜ਼ੈਸ ਆਫ ਐਵਰੀਥਿੰਗ ਇਜ਼ ਬੈਡ। ਨੈਕਸਟ ਹੈ ਐਡਵਾਈਜ਼। ਇੱਕ ਬੇਟਾ ਐਡਵਾਈਜ਼ ਐਸ ਨਾਲ ਹੈ, ਇੱਕ ਐਡਵਾਈਜ਼ ਸੀ ਨਾਲ ਹੈ। ਜੋ ਐਸ ਨਾਲ ਐਡਵਾਈਜ਼ ਹੈ ਉਸਨੂੰ ਅਸੀਂ ਐਜ਼ ਏ ਵਰਬ ਯੂਜ਼ ਕਰਦੇ ਹਾਂ, ਨਸੀਹਤ ਦੇਣਾ। ਹੀ ਐਡਵਾਈਜ਼ਡ ਮੀ ਟੂ ਵਰਕ ਹਾਰਡ,
ਉਸਨੇ ਮੈਨੂੰ ਸਖਤ ਮਿਹਨਤ ਕਰਨ ਦੀ ਸਲਾਹ ਦਿੱਤੀ। ਤੇ ਜੋ ਸੀ ਨਾਲ ਐਡਵਾਈਸ ਹੈ ਉਹ ਕੀ ਹੁੰਦਾ ਹੈ? ਨਸੀਹਤ, ਕੋਈ ਸਲਾਹ ਦੇਣਾ। ਇਸ ਦਾ ਮਤਲਬ ਵੀ ਸਲਾਹ ਦੇਣਾ ਹੀ ਹੈ, ਪਰ ਇਸ ਨੂੰ ਅਸੀਂ ਕਿਵੇਂ ਯੂਜ਼ ਕਰਾਂਗੇ? ਐਜ਼ ਏ ਨਾਊਨ ਯੂਜ਼ ਕਰਦੇ ਹਾਂ। ਆਈ ਸ਼ੈਲ ਫੋਲੋ ਯੂਅਰ ਐਡਵਾਈਸ, ਮੈਂ ਤੁਹਾਡੀ ਸਲਾਹ ਉੱਤੇ ਅਮਲ ਕਰਾਂਗਾ। ਜੋ ਸੀ ਵਾਲਾ ਐਡਵਾਈਸ ਹੈ ਉਸ ਨੂੰ ਐਜ਼ ਏ ਨਾਊਨ ਯੂਜ਼ ਕਰਦੇ ਹਾਂ, ਅਤੇ ਜੋ ਐਸ ਵਾਲਾ ਐਡਵਾਈਸ ਹੈ ਉਸ ਨੂੰ ਐਜ਼ ਏ ਵਰਬ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਸਾਨੂੰ ਪਤਾ ਹੈ ਵਰਬ ਕਿੱਥੇ ਆਉਂਦੀ ਹੈ? ਸਭ ਤੋਂ ਪਹਿਲਾਂ ਸਬਜੈਕਟ, ਸੈਕਿੰਡ ਨੰਬਰ ਤੇ ਵਰਬ। ਨੈਕਸਟ ਹੈ ਬੇਟਾ ਐਂਗਲ। ਐਂਗਲ ਕੀ ਹੁੰਦਾ ਬੇਟਾ? ਕੋਣ। ਤੇ ਐਂਜਲ ਕੀ ਹੁੰਦਾ ਹੈ? ਦੇਵਦੂਤ। ਦੇਖਣ ਵਿੱਚ ਇੱਕੋ ਜਿਹੇ ਲੱਗਦੇ ਹਨ, ਥੋੜਾ ਜਿਹਾ ਹੀ ਫਰਕ ਹੈ। ਐਂਗਲ ਹੁੰਦਾ ਕੋਣ। ਇਸ ਦਾ ਇੱਕ ਸੈਂਟੈਂਸ ਵੇਖੋ, ਮੇਕ ਐਨ ਐਂਗਲ ਆਫ 30 ਡਿਗਰੀ। ਹੁਣ ਇਹ ਦੇਖੋ ਬੇਟਾ, ਤੁਹਾਨੂੰ ਸੈਂਟੈਂਸ ਇੱਕ ਦਿੱਤਾ ਹੋਵੇ ਜੇਕਰ, ਤਾਂ ਇਹ ਸੈਂਟੈਂਸ ਦਿੱਤਾ ਹੈ, ਮੰਨ ਲਓ ਤੁਹਾਨੂੰ ਕੀ ਸੈਂਟੈਂਸ ਦਿੱਤਾ ਹੈ? ਮੇਕ ਐਨ ਡੈਸ਼ ਆਫ 30 ਡਿਗਰੀ। ਤਾਂ ਤੁਸੀਂ ਉਸ ਵਿੱਚ ਐਂਜਲ ਨਹੀਂ ਨਾ ਲਿਖ ਸਕਦੇ, ਕਿਉਂਕਿ ਐਂਜਲ ਦਾ ਮਤਲਬ ਤਾਂ ਦੇਵਦੂਤ ਹੈ। ਇਸ ਲਈ ਇੱਥੇ ਕੀ ਲਿਖਾਂਗੇ ਅਸੀਂ? ਐਂਗਲ। ਸੈਂਟੈਂਸ ਦੇ ਅਕੋਰਡਿੰਗ ਹੀ ਅਸੀਂ ਲਗਾਉਣਾ ਹੈ ਕਿ ਇਸ ਦੇ ਵਿੱਚ ਐਂਗਲ ਆਵੇਗਾ ਜਾਂ ਐਂਜਲ ਆਵੇਗਾ। ਨੈਕਸਟ ਹੈ ਐਂਜਲ। ਗਾਂਧੀ ਜੀ ਵਾਜ਼ ਐਨ ਐਂਜਲ ਆਫ ਪੀਸ। ਗਾਂਧੀ ਜੀ ਸ਼ਾਂਤੀ ਦੇ ਦੇਵਦੂਤ ਸਨ। ਹੁਣ ਇਹ ਵੇਖੋ ਬੇਟਾ, ਇਸ ਸੈਂਟੈਂਸ ਦੇ ਅਕੋਰਡਿੰਗ ਇੱਥੇ ਐਂਗਲ ਨਹੀਂ ਆ ਸਕਦਾ, ਐਂਜਲ ਹੀ ਆਵੇਗਾ। ਬਸ ਇਹੀ ਫਰਕ ਤੁਸੀਂ ਯਾਦ ਰੱਖਣਾ ਹੈ। ਤੁਹਾਨੂੰ ਇੱਕ ਸੈਂਟੈਂਸ ਦਿੱਤਾ ਜਾਵੇਗਾ ਤੇ ਦੋ ਵਰਡਸ ਦੇ ਦਿੱਤੇ ਜਾਣਗੇ, ਤੁਸੀਂ ਉਸ ਵਿੱਚ ਕਿਹੜਾ ਵਰਡ ਸੂਟੇਬਲ ਹੈ ਇਹ ਦੇਖਣਾ ਹੋਵੇਗਾ। ਨੈਕਸਟ ਹੈ ਇਨਸੀਡੈਂਟ। ਇਨਸੀਡੈਂਟ ਹੁੰਦਾ ਬੇਟਾ ਕੋਈ ਵੀ ਘਟਨਾ, ਤੇ ਐਕਸੀਡੈਂਟ ਹੁੰਦਾ ਦੁਰਘਟਨਾ। ਜੋ ਮਾੜੀ ਕੋਈ ਘਟਨਾ ਵਾਪਰ ਜਾਵੇ ਉਸ ਨੂੰ ਅਸੀਂ ਐਕਸੀਡੈਂਟ ਕਹਿੰਦੇ ਆ। ਇਹ ਜ਼ਰੂਰੀ ਨਹੀਂ ਹੁੰਦਾ ਬੇਟਾ ਕਿ ਕਿਸੇ ਇੱਕ ਗੱਡੀ ਦੇ ਵਿੱਚ ਦੂਸਰੀ ਗੱਡੀ ਵੱਜ ਗਈ ਉਸ ਨੂੰ ਹੀ ਐਕਸੀਡੈਂਟ ਕਵਾਂਗੇ ਆਪਾਂ, ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਮੰਨ ਲਓ ਕਿਸੇ ਦਾ ਹੱਥ ਕੱਟਿਆ ਗਿਆ, ਕੋਈ ਡਿੱਗ ਪੈਂਦਾ ਹੈ, ਉਹ ਵੀ ਇੱਕ ਐਕਸੀਡੈਂਟ ਹੀ ਹੈ। ਇਨਸੀਡੈਂਟ ਕੀ ਹੈ? ਕੋਈ ਵੀ ਘਟਨਾ, ਚਾਹੇ ਉਹ ਚੰਗੀ ਹੋਵੇ ਜਾਂ ਮਾੜੀ ਹੋਵੇ, ਇਨਸੀਡੈਂਟ। ਇਟ ਵਾਜ਼ ਅ ਸੈਡ ਇਨਸੀਡੈਂਟ ਆਫ ਮਾਈ ਲਾਈਫ। ਇਹ ਇੱਕ ਦੁੱਖ ਭਰੀ ਘਟਨਾ ਸੀ ਮੇਰੇ ਜੀਵਨ ਦੀ। ਹੁਣ ਇਹ ਵੇਖੋ ਬੇਟਾ, ਇੱਥੇ ਗੁੱਡ ਵੀ ਆ ਸਕਦਾ। ਇਟ ਵਾਜ਼ ਅ ਗੁੱਡ ਇਨਸੀਡੈਂਟ ਆਫ ਮਾਈ ਲਾਈਫ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਨਸੀਡੈਂਟ ਚੰਗਾ ਵੀ ਹੋ ਸਕਦਾ ਹੈ, ਮਾੜਾ ਵੀ ਹੋ ਸਕਦਾ ਹੈ, ਪਰ ਜੋ ਐਕਸੀਡੈਂਟ ਹੈ ਉਹ ਸਿਰਫ ਮਾੜਾ ਹੀ ਹੁੰਦਾ ਹੈ, ਦੁਰਘਟਨਾ। ਹੀ ਵਾਜ਼ ਕਿਲਡ ਇਨ ਅ ਬੱਸ ਐਕਸੀਡੈਂਟ। ਉਹ ਇੱਕ ਬੱਸ ਐਕਸੀਡੈਂਟ ਵਿੱਚ ਮਾਰਿਆ ਗਿਆ। ਨੈਕਸਟ ਹੈ ਐਮੀਏਬਲ ਅਤੇ ਐਮੀਕੇਬਲ। ਐਮੀਏਬਲ ਹੁੰਦਾ ਬੇਟਾ ਪਿਆਰਾ, ਐਮੀਕੇਬਲ ਕੀ ਹੁੰਦਾ ਹੈ? ਸ਼ਾਂਤੀਪੂਰਨ। ਸ਼ੀ ਹੈਜ਼ ਐਨ ਐਮੀਏਬਲ ਨੇਚਰ। ਉਹ ਰੱਖਦੀ ਹੈ ਇੱਕ ਪਿਆਰਾ ਸੁਭਾਅ, ਉਸਦਾ ਸੁਭਾਅ ਪਿਆਰਾ ਹੈ। ਐਮੀਕੇਬਲ ਸ਼ਾਂਤੀਪੂਰਨ। ਦੇ ਰੀਚਡ ਐਨ ਐਮੀਕੇਬਲ ਸੈਟਲਮੈਂਟ। ਉਹਨਾਂ ਨੇ ਸ਼ਾਂਤੀਪੂਰਵਕ ਸਮਝੌਤਾ ਕਰ ਲਿਆ। ਅਫੈਕਟ। ਅਫੈਕਟ ਹੁੰਦਾ ਬੇਟਾ ਪ੍ਰਭਾਵ ਪਾਉਣਾ। ਜੋ ਏ ਵਾਲਾ ਅਫੈਕਟ ਹੈ ਉਸ ਨੂੰ ਐਜ਼ ਏ ਵਰਬ ਯੂਜ਼ ਕਰਦੇ ਹਾਂ ਅਸੀਂ। ਜੋ ਈ ਵਾਲਾ ਅਫੈਕਟ ਹੈ ਉਸ ਨੂੰ ਐਜ਼ ਅ ਨਾਊਨ ਯੂਜ਼ ਕਰਦੇ ਹਾਂ ਸੈਂਟੈਂਸ ਵਿੱਚ। ਹੁਣ ਏ ਵਾਲਾ ਅਫੈਕਟ ਦੇਖੋ ਬੇਟਾ, ਓਵਰ ਵਰਕ ਅਫੈਕਟਡ ਹਰ ਹੈਲਥ। ਜ਼ਿਆਦਾ ਕੰਮ ਨੇ ਉਸਦੀ ਸਿਹਤ ਨੂੰ ਪ੍ਰਭਾਵਿਤ ਕਰ ਦਿੱਤਾ, ਐਜ਼ ਅ ਵਰਬ। ਹੁਣ ਓਵਰਵਰਕ ਕੀ ਹੈ ਬੇਟਾ? ਸਬਜੈਕਟ। ਤੇ ਵਰਬ ਕਿੱਥੇ ਲੱਗਦੀ ਹੈ? ਸੈਕਿੰਡ ਨੰਬਰ ਉੱਪਰ। ਜਦ ਸੈਕਿੰਡ ਨੰਬਰ ਉੱਪਰ ਆਪਾਂ ਵਰਬ ਲਾਈਏ ਤਾਂ ਇਟ ਮੀਨਸ ਅਫੈਕਟ ਨੂੰ ਅਸੀਂ ਐਜ਼ ਏ ਵਰਬ ਯੂਜ਼ ਕਰ ਲਿਆ। ਈ ਵਾਲਾ ਅਫੈਕਟ ਹੈ ਜੋ ਐਜ਼ ਏ ਨਾਊਨ ਯੂਜ਼ ਕਰਾਂਗੇ। ਮਾਈ ਐਡਵਾਈਸ ਹੈਡ ਨੋ ਅਫੈਕਟ। ਇਸ ਵਿੱਚ ਹੈਡ ਵਰਬ ਹੈ, ਮਾਈ ਐਡਵਾਈਸ ਸਬਜੈਕਟ ਹੈ, ਹੈਡ ਵਰਬ ਹੈ, ਅਤੇ ਅਫੈਕਟ ਜੋ ਵਰਡ ਹੈ ਉਸ ਨੂੰ ਐਜ਼ ਏ ਨਾਊਨ ਯੂਜ਼ ਕੀਤਾ ਗਿਆ ਹੈ। ਮਾਈ ਐਡਵਾਈਸ ਹੈਡ no effect on him।
ਮੇਰੀ ਸਲਾਹ ਦਾ ਉਸ ਉੱਪਰ ਕੋਈ ਪ੍ਰਭਾਵ ਨਹੀਂ ਸੀ। ਨੈਕਸਟ ਹੈ ਬੇਟਾ ਆਰਟੀਸਨ। ਆਰਟੀਸਨ ਅਤੇ ਆਰਟਿਸਟ ਦੋਨਾਂ ਦਾ ਫਰਕ ਵੇਖੋ ਬੇਟਾ। ਆਰਟੀਸਨ ਹੁੰਦਾ ਹੈ ਕਾਰੀਗਰ, ਜਿਸ ਤਰ੍ਹਾਂ ਕੋਈ ਲੁਹਾਰ ਹੋਇਆ ਜਾਂ ਕਾਰਪੇਂਟਰ ਹੋਇਆ, ਇਹ ਕਾਰੀਗਰ ਹੁੰਦੇ ਹਨ। ਆਰਟੀਸਨ ਕਹਿੰਦੇ ਹਨ ਇਹਨਾਂ ਨੂੰ। ਆ ਬਲੈਕਸਮਿਥ ਇਜ਼ ਐਨ ਆਰਟੀਸਨ। ਇੱਕ ਲੁਹਾਰ ਇੱਕ ਇੱਕ ਕਾਰੀਗਰ ਹੁੰਦਾ ਹੈ, ਤੇ ਆਰਟਿਸਟ ਕਲਾਕਾਰ। ਆ ਸਿੰਗਰ ਇਜ਼ ਐਨ ਆਰਟਿਸਟ। ਹੁਣ ਜੇਕਰ ਤੁਹਾਨੂੰ ਸੈਂਟੈਂਸ ਆ ਜਾਵੇ ਆ ਬਲੈਕਸਮਿਥ ਇਜ਼ ਐਨ ਆਰਟਿਸਟ ਨਹੀਂ ਲਿਖੋਗੇ ਤੁਸੀਂ, ਆਰਟੀਸਨ ਹੀ ਲਿਖੋਗੇ। ਆ ਬਲੈਕਸਮਿਥ ਇਜ਼ ਐਨ ਆਰਟੀਸਨ ਹੀ ਲਿਖਾਂਗੇ, ਬਲੈਕਸਮਿਥ ਨੂੰ ਅਸੀਂ ਆਰਟਿਸਟ ਨਹੀਂ ਕਵਾਂਗੇ। ਅਤੇ ਇੱਕ ਸਿੰਗਰ ਨੂੰ ਆਰਟੀਸਨ ਨਹੀਂ ਕਵਾਂਗੇ, ਸਿੰਗਰ ਨੂੰ ਅਸੀਂ ਆਰਟਿਸਟ ਹੀ ਕਵਾਂਗੇ। ਨੈਕਸਟ ਹੈ ਬੇਟਾ ਬੇਲ। ਇਹ ਵੀ ਬੇਲ ਹੈ, ਅੱਗੇ ਵੀ ਬੇਲ ਹੀ ਹੈ। ਬੋਲਣ ਵਿੱਚ ਬੇਟਾ ਅਸੀਂ ਇੱਕੋ ਹੀ ਕਵਾਂਗੇ, ਦੋਨਾਂ ਨੂੰ ਬੇਲ ਹੀ ਕਵਾਂਗੇ। ਪਰ BAIL ਬੇਲ ਜੋ ਹੈ ਉਹ ਹੁੰਦਾ ਜ਼ਮਾਨਤ। ਹੀ ਵਾਜ਼ ਰਿਲੀਜ਼ਡ ਔਨ ਬੇਲ। ਉਸਨੂੰ ਜ਼ਮਾਨਤ ਉੱਪਰ ਛੱਡ ਦਿੱਤਾ ਗਿਆ। ਬੇਲ ਗੱਠ। I bought 2 bales of cotton। ਮੈਂ 2 ਗੱਠਾਂ ਕਾਟਨ ਦੀਆਂ, ਰੂੰ ਦੀਆਂ ਖਰੀਦੀਆਂ। ਇਹ ਦੇਖੋ ਬੇਟਾ ਬੇਲ ਗੱਠ। ਉਸ ਤੋਂ ਅੱਗੇ ਹੈ ਬੇਅਰ। BARE ਬੇਅਰ। ਬੇਅਰ ਹੁੰਦਾ ਬੇਟਾ ਨੰਗਾ। ਡੋਂਟ ਵਾਕ ਅਰਾਊਂਡ ਇਨ ਬੇਅਰ ਫੀਟ। ਨੰਗੇ ਪੈਰੀ ਨਾ ਘੁੰਮੋ। ਬੀਅਰ ਹੁੰਦਾ ਬੇਟਾ ਸਹਿਣ ਕਰਨਾ। ਆਈ ਕਾਂਟ ਬੀਅਰ ਦਿਸ ਇਨਸਲਟ। ਮੈਂ ਇਹ ਬੇਇੱਜ਼ਤੀ ਸਹਿਣ ਨਹੀਂ ਕਰ ਸਕਦਾ। ਬੈਟਲ। ਬੈਟਲ ਹੁੰਦਾ ਬੇਟਾ ਛੋਟੀ ਲੜਾਈ, ਅਤੇ ਵਾਰ ਕੀ ਹੁੰਦਾ ਵੱਡਾ ਯੁੱਧ। ਆਮ ਤੌਰ ਤੇ ਇਸ ਬਾਰੇ ਬਹੁਤ ਕਨਫਿਊਜ਼ਨ ਹੁੰਦੀ ਹੈ ਬੱਚਿਆਂ ਨੂੰ। ਉਹ ਬੈਟਲ ਨੂੰ ਵੀ ਯੁੱਧ ਹੀ ਕਹਿ ਦਿੰਦੇ ਹਨ। ਬੈਟਲ ਹੁੰਦਾ ਛੋਟੀ ਲੜਾਈ ਜੋ ਬਹੁਤ ਥੋੜਾ ਸਮਾਂ ਚੱਲੇ, ਅਤੇ ਵਾਰ ਕੀ ਹੁੰਦਾ ਵੱਡਾ ਯੁੱਧ ਜੋ ਲੰਮਾ ਸਮਾਂ ਚੱਲੇ। ਹੁਣ ਇਹ ਵੇਖੋ ਬੇਟਾ ਆਰ ਆਰਮੀ ਵੌਨ ਦਾ ਬੈਟਲ। ਸਾਡੀ ਆਰਮੀ ਨੇ ਬੈਟਲ ਜਿੱਤ ਲਈ, ਛੋਟੀ ਲੜਾਈ ਜਿੱਤ ਲਈ। ਹੀ ਇਜ਼ ਲਿਵਿੰਗ ਇਨ ਦਾ ਫੀਅਰ ਆਫ ਵਾਰ। ਉਹ ਯੁੱਧ ਦੇ ਡਰ ਦੇ ਵਿੱਚ ਰਹਿ ਰਿਹਾ ਹੈ। ਬੋਰਨ। BORN ਬੋਰਨ ਹੁੰਦਾ ਬੇਟਾ ਜਨਮ ਲਿਆ, ਅਤੇ BORNE ਬੋਰਨ ਕੀ ਹੁੰਦਾ ਸਹਿਣ ਕੀਤਾ। BORN ਕਰਦੇ ਆ when were you born। ਤੁਹਾਡਾ ਜਨਮ ਕਦੋਂ ਹੋਇਆ। ਜਨਮ ਦੀ ਗੱਲ ਹੀ ਹੋ ਰਹੀ ਹੈ ਇਸ ਸੈਂਟੈਂਸ ਦੇ ਅਕੋਰਡਿੰਗ। when were you born BORN। ਤੇ BORNE ਬੋਰਨ ਹੁੰਦਾ ਬੇਟਾ ਸਹਿਣ ਕੀਤਾ। I have borne my difficulties। ਮੈਂ ਸਹਿਣ ਕਰ ਲਈਆਂ ਹਨ ਆਪਣੀਆਂ ਤਕਲੀਫਾਂ। ਬ੍ਰਾਈਡਲ ਵਿਆਹੁਤਾ ਸੰਬੰਧੀ। ਬ੍ਰਾਈਡਲ ਕੀ ਹੁੰਦਾ ਬੇਟਾ ਵਿਆਹੁਤਾ ਸੰਬੰਧੀ। She has gone for bridal makeup। ਉਹ ਜਾ ਚੁੱਕੀ ਹੈ ਆਪਣੇ ਬ੍ਰਾਈਡਲ ਮੇਕਅਪ ਦੇ ਲਈ। ਵਿਆਹ ਦੇ ਸੰਬੰਧ ਵਿੱਚ ਜੋ ਮੇਕਅਪ ਕਰਵਾਉਣਾ ਸੀ ਉਸਨੇ, ਉਸ ਦੇ ਲਈ ਉਹ ਜਾ ਚੁੱਕੀ ਹੈ। ਤੇ ਬ੍ਰਿਡਲ ਕੀ ਹੁੰਦਾ ਬੇਟਾ BRIDLE ਬ੍ਰਿਡਲ ਘੋੜੇ ਦੀ ਲਗਾਮ। ਕੈਨ ਯੂ ਬ੍ਰਿਡਲ ਦਿਸ ਹਾਰਸ। ਕੀ ਤੁਸੀਂ ਇਸ ਘੋੜੇ ਦੇ ਲਗਾਮ ਪਾ ਸਕਦੇ ਹੋ। ਬ੍ਰਿਡਲ। ਸਪੈਲਿੰਗਾਂ ਦਾ ਬੇਟਾ ਫਰਕ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਇਸ ਵਿੱਚ ਤੁਹਾਡਾ ਮੇਨ ਕੰਮ ਕੀ ਹੈ ਸਾਰਿਆਂ ਦੇ ਵਿੱਚ, ਸਪੈਲਿੰਗਾਂ ਦੇ ਫਰਕ ਨੂੰ ਤੁਸੀਂ ਯਾਦ ਰੱਖਣਾ ਹੈ, ਅਤੇ ਨਾਲ ਹੀ ਉਸ ਦਾ ਮੀਨਿੰਗ ਯਾਦ ਰੱਖਣਾ ਹੈ ਕਿ ਕੀ ਇਸ ਦਾ ਮਤਲਬ ਕੀ ਹੈ। ਬਰਥ ਅਤੇ ਬੈਰਥ ਬੋਲਣ ਵਿੱਚ ਇੱਕੋ ਜਿਹੇ ਹੀ ਹੁੰਦੇ ਹਨ। ਬਰਥ ਹੁੰਦਾ ਬੇਟਾ ਜਨਮ। ਵਟ ਇਜ਼ ਯੂਅਰ ਡੇਟ ਆਫ ਬਰਥ। ਤੁਹਾਡੇ ਜਨਮ ਦੀ ਮਿਤੀ ਕੀ ਹੈ। ਬੈਰਥ ਹੁੰਦਾ ਹੈ ਗੱਡੀ ਵਿੱਚ, ਗੱਡੀ ਆਦਿ ਵਿੱਚ ਸੌਣ ਦੀ ਥਾਂ। ਜਿਵੇਂ ਆਪਾਂ ਟ੍ਰੇਨ ਵਗੈਰਾ ਵਿੱਚ ਜਾਂਦੇ ਹਾਂ, ਉਸ ਵਿੱਚ ਸੌਂ ਜਾਂਦੇ ਹਾਂ, ਇੱਕ ਸੀਟ ਬਣੀ ਹੁੰਦੀ ਆ ਉੱਪਰ ਸੌਣ ਦੇ ਲਈ, ਉਸ ਨੂੰ ਬੈਰਥ ਕਹਿ ਦਿੰਦੇ ਹਨ। I got a berth in the train। ਮੈਂ ਟ੍ਰੇਨ ਵਿੱਚ ਇੱਕ ਬੈਰਥ
ਪ੍ਰਾਪਤ ਕਰ ਲਈ। ਫਰਕ ਯਾਦ ਰੱਖਣਾ ਬੇਟਾ ਇਹਨਾਂ ਸਪੈਲਿੰਗਾਂ ਦਾ। ਹੁਣ ਇਹ ਵੇਖੋ, ਜੇਕਰ ਵਟ ਇਜ਼ ਯੂਅਰ ਡੇਟ ਆਫ ਬਰਥ ਨਹੀਂ ਨਾ ਲਿਖ ਸਕਦੇ, ਇੱਥੇ ਬਰਥ ਹੀ ਲਿਖਾਂਗੇ। ਅਤੇ ਆਈ ਗੋਟ ਅ ਬਰਥ ਇਨ ਦਾ ਟ੍ਰੇਨ ਵੀ ਨਹੀਂ ਲਿਖਾਂਗੇ, ਬਰਥ ਹੀ ਲਿਖਾਂਗੇ। ਬਰੀਕ ਅਤੇ ਬ੍ਰੇਕ, ਬਰੀਕ ਹੁੰਦਾ ਤੋੜਨਾ, ਬ੍ਰੇਕ ਹੁੰਦਾ ਰੋਕਣਾ। ਯੂ ਸ਼ੁੱਡ ਨਾਟ ਬ੍ਰੇਕ ਦਾ ਰੂਲਸ, ਤੁਹਾਨੂੰ ਰੂਲਸ ਨਹੀਂ ਤੋੜਨੇ ਚਾਹੀਦੇ। ਬ੍ਰੇਕ, the brakes of my bike don't work, ਮੇਰੇ ਬਾਈਕ ਦੇ ਜੋ ਬ੍ਰੇਕਸ ਹਨ ਉਹ ਕੰਮ ਨਹੀਂ ਕਰਦੇ। ਹੁਣ ਇੱਥੇ the brakes of my bike ਨਹੀਂ ਲਿਖ ਸਕਦੇ, ਬ੍ਰੇਕਸ ਹੀ ਲਿਖਾਂਗੇ। ਕੈਨਨ, ਇਸ ਨੂੰ ਵੀ ਕੈਨਨ ਕਵਾਂਗੇ, ਉੱਪਰਲੇ ਨੂੰ ਵੀ ਕੈਨਨ ਕਵਾਂਗੇ, ਪਰ ਜਿਸ ਵਿੱਚ ਇੱਕ ਐਨ ਹੈ, CANON, ਕੈਨਨ, ਆਦਰਸ਼, it is against the canons of morality, ਇਹ ਨੈਤਿਕਤਾ ਦੇ ਆਦਰਸ਼ਾਂ ਦੇ ਖਿਲਾਫ ਹੈ। ਇੱਕ ਐਨ ਹੈ ਜਿਸ ਵਿੱਚ ਬੇਟਾ CANON, ਕੈਨਨ, ਆਦਰਸ਼। ਡਬਲ ਐਨ ਵਾਲਾ ਜੋ ਕੈਨਨ ਹੈ ਉਸ ਦਾ ਮਤਲਬ ਹੈ ਤੋਪ। he was killed by a cannon ball, ਬॉल ਕੀ ਹੈ ਬੇਟਾ, ਇਹ ਗੋਲਾ, ਉਸ ਨੂੰ ਮਾਰ ਦਿੱਤਾ ਗਿਆ ਇੱਕ ਤੋਪ ਦੇ ਗੋਲੇ ਦੁਆਰਾ। ਕੈਨਵਸ, ਕੈਨਵਸ ਹੁੰਦਾ ਹੈ ਬੇਟਾ ਮੋਟਾ ਖੁਰਦਰਾ ਕੱਪੜਾ। he is good at canvas painting, ਉਹ ਕੈਨਵਸ ਪੇਂਟਿੰਗ ਦੇ ਵਿੱਚ ਚੰਗਾ ਹੈ। ਜਿਸ ਤਰ੍ਹਾਂ ਬੇਟਾ ਇੱਕ ਲੱਕੜੀ ਦੇ ਫਰੇਮ ਦੇ ਵਿੱਚ ਕੱਪੜੇ ਨੂੰ ਕੱਸ ਕੇ ਉਸ ਦੇ ਵਿੱਚ ਪੇਂਟਿੰਗ ਕੀਤੀ ਜਾਂਦੀ ਹੈ, ਉਸ ਦੇ ਨਾਲ ਆਇਲ ਕਲਰਸ ਦੇ ਨਾਲ ਪੇਂਟਿੰਗ ਹੁੰਦੀ ਹੈ ਉਸ ਉੱਪਰ। ਉਸ ਮੋਟੇ ਖੁਰਦਰੇ ਕੱਪੜੇ ਨੂੰ ਕੀ ਕਹਿੰਦੇ ਹਨ, ਕੈਨਵਸ। ਜੋ ਇਹ ਕੈਨਵਸ ਹੈ ਜਿਸ ਵਿੱਚ ਡਬਲ ਐਸ ਯੂਜ਼ ਕੀਤੀ ਹੈ, ਇਸ ਦਾ ਮਤਲਬ ਹੈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ। he was canvassing for votes, ਉਹ ਵੋਟਾਂ ਦੇ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਰੀਅਰ ਕੀ ਹੁੰਦਾ ਬੇਟਾ, ਕੈਰੀਅਰ ਹੁੰਦਾ ਵਾਹਕ ਤੇ ਕਰੀਅਰ ਕੀ ਹੈ, ਕਾਰੋਬਾਰ ਜਾਂ ਕਿੱਤਾ। ਕੈਰੀਅਰ, ਮਾਈ ਬਾਈਸਾਈਕਲ ਹੈਜ਼ ਨੋ ਕੈਰੀਅਰ, ਮੇਰੇ ਬਾਈਸਾਈਕਲ ਦਾ ਕੈਰੀਅਰ ਨਹੀਂ ਹੈ। ਸਪੈਲਿੰਗਾਂ ਦਾ ਫਰਕ ਬੇਟਾ ਯਾਦ ਰੱਖੋ। ਕਰੀਅਰ ਕੀ ਹੁੰਦਾ ਹੈ, ਕਾਰੋਬਾਰ ਜਾਂ ਕਿੱਤਾ। he was successful in his career, ਉਹ ਆਪਣੇ ਕਿੱਤੇ ਦੇ ਵਿੱਚ ਸਫਲ ਸੀ। Okay students, here we have completed 1 to 20 confused words, and I hope you have understood these words and you will do best in your exam. Okay, thanks students.